ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ। ਜੀਵਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਕੱਲਰ ਤੇ ਡੇਰਾ ਖਾਲਸਾ ਤਪ ਕਰਨੇ ਸਾਗਰੀ ਮਲਕਪੁਰ ਧਮਿਆਲ ਰਾਵਲਪਿੰਡੀ ਹਰੀਪੁਰ ਪੰਜਾ ਸਾਹਿਬ ਤੇ ਥਮਾਲੀ ਪ੍ਰਚਾਰ ਕਰਕੇ ਫਿਰ ਕਨੋਹੇ ਆਉਣਾ। ਸੰਤ ਜੀ ਕੱਲਰ ਆ ਕੇ ਲੂਣੀ ਦੇ ਰਮਨੀਕ ਕੰਡੇ ਸਮਾਧੀ ਲਾ ਕੇ ਬੈਠ ਗਏ। 3 ਦਿਨ ਬੀਤ ਗਏ। ਇੱਕ ਨਿਰਮਲੇ ਸੰਤ ਵੀ ਭਜਨ ਕਰਨ ਇੱਥੇ ਰੋਜ਼ ਆ ਜਾਂਦੇ ਤੇ ਕੁਝ ਘੰਟੇ ਬੈਠ ਕੇ ਸ਼ਾਮ ਨੂੰ ਕੱਲਰ ਸ਼ਹਿਰ ਡੇਰਾ ਬਾਬਾ ਸਾਹਿਬ ਜਾ ਕੇ ਬਿਰਾਜਦੇ। ਨਿਰਮਲੇ ਸੰਤ ਜੀ ਕੋਲ ਆ ਕੇ ਬੈਠ ਗਏ। ਸੰਤ ਜੀ ਨੇ ਸਮਾਧੀ ਖੋਲ੍ਹੀ ਤਾਂ ਉਸ ਸੰਤ ਨੇ ਆਪ ਜੀ ਨੂੰ ਰਾਤ ਨੂੰ ਉਸ ਦੇ ਨਾਲ ਗੁਰਦੁਆਰੇ ਚੱਲ ਕੇ ਆਰਾਮ ਕਰਨ ਲਈ ਬੇਨਤੀ ਕੀਤੀ। ਸੰਤ ਜੀ ਨੇ ਉੱਤਰ ਦਿੱਤਾ ਕਿ ਫਕੀਰਾਂ ਦਾ ਜੰਗਲਾਂ ਵਿੱਚ ਵਾਸਾ ਚੰਗਾ ਹੈ। ਫਿਰ ਉਸਨੇ ਆਪ ਜੀ ਨੂੰ ਭਗਵਾਂ ਕੱਪੜਾ ਪਾਈ ਰੱਖਣ ਲਈ ਸੁਝਾਅ ਦਿੱਤਾ। ਸੰਤ ਜੀ ਹੱਸ ਪਏ ਤੇ ਬੋਲੇ, ਕੁਦਰਤੀ ਰੰਗ ਹੀ ਠੀਕ ਹੈ। ਇਸਨੇ ਕੱਲਰ ਸ਼ਹਿਰ ਵਿੱਚ ਕਈ ਲੋਕਾਂ ਨੂੰ ਦੱਸ ਪਾਏ ਕਿ ਇਸ ਤਰ੍ਹਾਂ ਇੱਕ ਸੰਤ ਕਈ ਦਿਨਾਂ ਤੋਂ ਭੁੱਖੇ ਭਾਣੇ ਭਜਨ ਵਿੱਚ ਮਗਨ ਬੈਠੇ ਹਨ। ਅਗਲੀ ਸਵੇਰ ਭਾਈ ਮਾਈ ਰੱਜੀ ਸਰਦਾਰ ਤਰਲੋਕ ਸਿੰਘ ਜੀ ਦੀ ਮਾਤਾ, ਜਿਨ੍ਹਾਂ ਸ਼੍ਰੀ ਪੰਜਾ ਸਾਹਿਬ ਦੀ ਮੈਨੇਜਰੀ ਵਿੱਚ ਬਹੁਤ ਚੰਗੀ ਸੇਵਾ ਕੀਤੀ ਸੀ, ਮਾਤਾ ਰਾਜ ਦੇਵੀ ਸਰਦਾਰ ਸੰਤ ਸਿੰਘ ਪ੍ਰਸਿੱਧ ਸ਼ਾਹੂਕਾਰ ਦੀ ਮਾਤਾ ਆਪ ਲਈ ਪ੍ਰਸ਼ਾਦਾ ਲੈ ਕੇ ਆਈਆਂ। ਆਪ ਜੀ ਨੇ ਪ੍ਰੇਮ ਨਾਲ ਪ੍ਰਸ਼ਾਦਾ ਛਕ ਲਿਆ। ਸੰਗਤਾਂ ਦੀ ਆਵਾਜਾਈ ਵੱਧ ਗਈ। ਆਪ ਦਾ ਜਸ ਹੁੰਦਾ ਵੇਖ ਕੇ ਇੱਕ ਰਾਤ ਵਾਰੀ ਛਿਪ ਕੇ 3 ਜਣਿਆਂ ਕਨਈਆ ਲਾਲ, ਦੂਨਾ ਸਿੰਘ ਤੇ ਆਤਮਨ ਸਿੰਘ ਕੋਹਲੀ ਨੇ ਪ੍ਰੀਖਿਆ ਕੀਤੀ ਕਿ ਵਾਕਈ ਰਾਤ ਨੂੰ ਵੀ ਇਹ ਬੈਠੇ ਹੀ ਰਹਿੰਦੇ ਹਨ, ਦਿਨ ਨੂੰ ਤਾਂ ਇਹ ਸਭ ਨੂੰ ਬੈਠੇ ਹੋਏ ਦਿਸਦੇ ਹਨ। ਦਿਨ ਚੜ੍ਹੇ ਤਿੰਨਾਂ ਨੇ ਆ ਕੇ ਨਮਸਕਾਰ ਕੀਤੀ ਤੇ ਭੁੱਲ ਮੰਨੀ, ਨਾਲ ਹੀ ਬੇਨਤੀ ਕੀਤੀ, ਸਾਨੂੰ ਬਖਸ਼ ਦਿਓ, ਅਸੀਂ ਪ੍ਰੀਖਿਆ ਲਈ ਸੀ। ਸੰਤ ਜੀ ਨੇ ਕਿਹਾ, ਇਹ ਕਸੂਰ ਮਾਫ, ਅੱਗੋਂ ਤੋਂ ਕਿਸੇ ਸੰਤ ਦੀ ਪ੍ਰੀਖਿਆ ਨਹੀਂ ਲੈਣਾ, ਨਾਮ ਜਪੋ ਤੇ ਚੰਗੇ ਕਰਮ ਕਰੋ ਦਾ ਉਪਦੇਸ਼ ਦਿੱਤਾ। ਭਾਈ ਦੂਨਾ ਸਿੰਘ ਜੀ ਤਾਂ ਆਪ ਜੀ ਦੀ ਸੰਗਤ ਹੋਰ ਕਰਦਿਆਂ ਸੰਤ ਬਣ ਗਿਆ ਤੇ ਸਾਰਾ ਜੀਵਨ ਹੀ ਭਜਨ ਪਰਉਪਕਾਰ ਵਿੱਚ ਲਾ ਦਿੱਤਾ। ਲੂਣੀ ਨਦੀ ਕੰਢੇ ਕਈ ਅਖੰਡ ਪਾਠ ਵੀ ਹੋਏ। ਸਵੇਰੇ ਸ਼ਾਮ ਦੀਵਾਨ ਸਜਣ ਲੱਗ ਪਏ। ਇੱਥੇ ਹੀ ਸੰਤ ਭਾਈ ਰਾਮ ਸਿੰਘ ਜੀ ਥਮਾਲੀ ਤੋਂ ਕਈ ਵਾਰੀ ਆ ਕੇ ਦਰਸ਼ਨ ਮੇਲਾ ਕਰ ਜਾਂਦੇ ਤੇ ਆਪ ਨੂੰ ਉਹ ਸਦਾ ਹੀ ਸਿੰਘ ਸਾਹਿਬ ਕਹਿ ਕੇ ਪੁਕਾਰਦੇ। ਇੱਕ ਦਿਨ ਬਾਬਾ ਖੇਮ ਸਿੰਘ ਜੀ ਬੇਦੀ, ਜਿਨ੍ਹਾਂ ਦੀ ਸਿੱਖੀ ਸੇਵਕੀ ਉਸ ਵੇਲੇ ਸਭ ਤੋਂ ਵੱਧ ਸੀ, ਸ਼ਿਕਾਰ ਖੇਡਦੇ ਲੂਣੀ ਕੰਢੇ ਆ ਨਿਕਲੇ। ਸੰਤ ਜੀ ਵੀ ਅੱਗੋਂ ਸਤਿਕਾਰ ਲਈ ਖੜੇ ਹੋ ਗਏ। ਪਰਸਪਰ ਮੇਲ ਤੇ ਗੁਰੂ ਘਰ ਦੇ ਥੋੜੇ ਬਚਨ ਹੋਏ। ਬਾਬਾ ਪ੍ਰੇਮ ਸਿੰਘ ਜੀ ਦੀ ਲੜਕੀ ਦੀ ਸ਼ਾਦੀ ਆ ਗਈ। ਬਹੁਤ ਸਾਰੀ ਰਸਤ ਤੇ 2 ਦੁਸ਼ਾਲੇ ਬੇਦੀ ਜੀ ਨੇ ਸੰਤ ਜੀ ਲਈ ਭੇਜੇ, ਜੋ ਰਾਏ ਬਹਾਦਰ ਬੁੱਟਾ ਸਿੰਘ ਜੀ ਰਾਵਲਪਿੰਡੀ ਵਾਲੇ, ਮਾਲਕ ਖਜਾਨ ਸਿੰਘ ਜੀ, ਸਰਦਾਰ ਨਿਰਮਲ ਸਿੰਘ ਜੀ ਲੈ ਕੇ ਆਏ। ਸੰਤ ਜੀ ਨੇ ਰਸਤ ਰਖਵਾਰੀ ਜੋ ਅਗਲੇ ਯੱਗ ਲੰਗਰ ਵਿੱਚ ਵਰਤੀ ਗਈ, ਪਰ ਦੁਸ਼ਾਲੇ ਮੋੜ ਦਿੱਤੇ ਤੇ ਬੇਨਤੀ ਕਰ ਭੇਜੀ, ਆਪ ਰਾਜ ਰਿਸ਼ੀ ਆਪ ਨੂੰ ਸ਼ੋਭਦੇ ਹਨ, ਦਾਸ ਲਈ ਕਾਲੀ ਭੂਰੀ ਹੀ ਠੀਕ ਹੈ। ਬੇਦੀ ਜੀ ਨੇ ਬਚਨ ਕੀਤਾ ਕਿ ਸੰਤ ਜੀ ਤਾਂ ਅਸਲੀ ਰਾਜ ਰਿਸ਼ੀ ਹਨ, ਇਹਨਾਂ ਨੂੰ ਰਾਜੇ ਮੱਥਾ ਟੇਕਣਗੇ ਤੇ ਦੁਸ਼ਾਲੇ ਹੀ ਓੜਨਗੇ। ਇੱਕ ਦਿਨ ਭਾਈ ਬਾਜ ਸਿੰਘ ਦਰਸ਼ਨ ਕਰਨ ਆਏ ਤਾਂ ਸੰਤ ਜੀ ਤਪਦੀ ਰੋਜ਼ ਵਿੱਚ ਆਸਨ ਲਾਈ ਬੈਠੇ ਸਨ। ਤਪਤੀ ਰੇਤ ਵਿੱਚ ਆਸਨ ਲਾਈ ਬੈਠੇ ਸਨ। ਪਸੀਨਾ ਵਗ ਕੇ ਜ਼ਮੀਨ ਤੇ ਡਿੱਗ ਰਿਹਾ ਸੀ। ਉਹ ਨੇੜੇ ਆਏ ਪਰ ਜ਼ਿਆਦਾ ਧੁੱਪ ਤੇ ਤਪੀ ਹੋਈ ਰੇਤ ਕਰਕੇ ਪਾਸ ਨਾ ਬੈਠ ਸਕੇ। ਪਰ ਸੰਤ ਜੀ ਸ਼ਾਮ ਹੁੰਦੀ ਤੱਕ ਉਸੇ ਤਰ੍ਹਾਂ ਤਪਸ ਵਿੱਚ ਇੱਕ ਰਸ ਬੈਠੇ ਰਹੇ। ਕੱਲਰ ਦਾ ਭਾਈ ਗਣੇਸ਼ਾ ਮੰਦੇ ਕਰਮਾਂ ਵਿੱਚ ਪ੍ਰਸਿੱਧ ਸੀ। ਲੂਣੀ ਕੰਡੇ ਸੰਘਣੇ ਦਰਖਤਾਂ ਵਿੱਚ ਉਸਦਾ ਛੱਪਣ ਜਾਂ ਮਾਲ ਛਪਾ ਰੱਖਣ ਦਾ ਅੱਡਾ ਸੀ। ਸੰਤ ਜੀ ਦੀ ਸੋਭਾ ਤਾਂ ਸੁਣਦਾ ਹੀ ਰਹਿੰਦਾ ਸੀ। ਇੱਕ ਦਿਨ ਆ ਨਮਸਕਾਰ ਕੀਤੀ ਤੇ ਆਪਣੀ ਵਿਥਿਆ ਸੱਚੋ ਸੱਚ ਆਖ ਸੁਣਾਈ। ਸੰਤ ਮਹਾਰਾਜ ਨੇ ਉਪਦੇਸ਼ ਦਿੱਤਾ ਕਿ ਅੱਗੇ ਲਈ ਮੰਦਾ ਕਰਮ ਛੱਡ ਕੇ ਪਿਛਲੇ ਔਗਣ ਗੁਰੂ ਜੀ ਬਖਸ਼ ਦੇਣਗੇ। ਪਿਛਲੇ ਔਗਣ ਬਖਸ਼ ਲਏ ਪ੍ਰਭੂ ਆਗੇ ਮਾਰਗ ਪਾਵੈ। ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਦਾ ਦਿਹਾੜਾ ਨਜ਼ਦੀਕ ਸੀ। ਸੰਤ ਜੀ ਨੇ ਕਿਹਾ, ਉਦਮ ਕਰ ਤੇ ਇਸ ਦਿਹਾੜੇ ਅਖੰਡ ਪਾਠ ਦਾ ਭੋਗ ਪਵੇ ਤੇ ਬੇਅੰਤ ਗੁਰੂ ਦਾ ਲੰਗਰ ਵਰਤੇ। ਉਸਨੇ ਕੁਝ ਪ੍ਰੇਮੀ ਨਾਲ ਰਲਾ ਕੇ ਸਾਰੇ ਪ੍ਰਬੰਧ ਕਰ ਦਿੱਤੇ। ਸ਼ਾਮਿਆਨੇ ਲੱਗ ਗਏ, ਦਰੀਆਂ ਵਿਛ ਗਈਆਂ, ਬੇਅੰਤ ਰਸਦਾਂ ਆ ਗਈਆਂ, ਅਖੰਡ ਪਾਠ ਦਾ ਭੋਗ ਪਿਆ ਤੇ ਵਾਕਈ ਬਹੁਤ ਭਾਰੀ ਯੱਗ ਹੋਇਆ। ਇਹ ਗਣੇਸ਼ਾ ਵੈਲੀ ਕਰਕੇ ਲੋਕ ਜਾਣਦੇ ਸਨ, ਪਰ ਇਹੀ ਗਣੇਸ਼ਾ ਭਾਈ ਗਣੇਸ਼ਾ ਕਰਕੇ ਜਿਉਂਦਾ ਰਿਹਾ ਤੇ ਚੰਗੇ ਕਰਮ ਕਰਦਾ ਹੀ ਮਰਿਆ। ਲੂਣੀ ਕੰਡੇ ਤਪ ਕਰਦਿਆਂ 8 ਮਹੀਨੇ ਬੀਤ ਗਏ। ਇੱਥੋਂ ਅਛੋਪ ਇੱਕ ਦਿਨ ਆਪ ਉੱਠ ਕੇ ਡੇਰਾ ਖਾਲਸਾ ਚਲੇ ਗਏ। ਇਹ ਸਿੱਖ ਰਾਜ ਸਮੇਂ ਸਿੱਖਾਂ ਦਾ ਭਾਰੀ ਕੇਂਦਰ ਸੀ। ਇਹ ਮਾਲਕਿਆਲਾ ਰੇਲਵੇ ਸਟੇਸ਼ਨ ਤੋਂ 4 ਮੀਲ ਹੈ। ਇਲਾਕਾ ਬਹੁਤ ਰਮਣੀਕ ਹੈ। ਕਈ ਕਸ ਤੇ ਕੱਸੀਆਂ ਵਗਦੀਆਂ ਹਨ। ਵਿੱਚ ਚਸ਼ਮੇ ਫੁੱਟਦੇ ਹਨ। ਆਪ ਇੱਕ ਰੁੱਖਾਂ ਦੇ ਝੁੰਡ ਵਿੱਚ ਨਗਰ ਤੋਂ 1 ਮੀਲ ਦੂਰੀ ਪਰ ਪਾਣੀ ਦੇ ਕੰਢੇ ਆ ਬੈਠੇ। 3 ਦਿਨ ਰਾਤਾਂ ਬੀਤ ਗਈਆਂ। ਸਰਦਾਰ ਰੋਚਾ ਰਾਮ ਜੀ ਰੋਜ਼ਾਨਾ ਸੈਰ ਕਰਨ ਸਵੇਰੇ ਆਉਂਦੇ ਤੇ ਵੇਖਦੇ। ਚੌਥੇ ਦਿਨ ਪ੍ਰਸ਼ਾਦਾ ਤਿਆਰ ਕਰਾ ਲਿਆਏ ਤੇ ਪ੍ਰੇਮ ਨਾਲ ਬੇਨਤੀ ਕਰਕੇ ਪ੍ਰਸ਼ਾਦਾ ਛਕਾਇਆ। ਅਗਲੇ ਦਿਨ ਰੋਚਾ ਰਾਮ ਜੀ ਪ੍ਰਸ਼ਾਦਾ ਲੈ ਕੇ ਆਏ ਤਾਂ ਸੰਤ ਜੀ ਨਜ਼ਰ ਨਾ ਆਏ। ਸੰਤ ਜੀ ਆਪਣੀ ਮੌਜ ਵਿੱਚ ਸਵੇਰੇ ਹੀ ਨਗਰ ਸਾਗਰੀ ਵਿੱਚ ਬੋਰਡ ਦੇ ਬ੍ਰਿਜ ਹੇਠ ਆ ਬੈਠੇ।
ਇਹ ਵੀ ਸਿੱਖਾਂ ਦਾ ਪੁਰਾਣਾ ਕਸਬਾ ਮਾਨਕਿਆਲੇ ਤੋਂ ਕੇਵਲ 2 ਮੀਲ ਦੀ ਵਿੱਥ ਪਰ ਹੈ। ਦੁਪਹਿਰੇ ਮਦੁਕੜੀ ਮੰਗ ਕੇ ਪ੍ਰਸ਼ਾਦਾ ਛਕ ਲੈਂਦੇ। ਭੁਜੰਗੀ ਲਹਿਣਾ ਸਿੰਘ, ਜੋ ਅੱਜ ਕੱਲ੍ਹ ਡਾਕਟਰ ਲਹਿਣਾ ਸਿੰਘ ਪ੍ਰਧਾਨ ਮਿਊਨਿਸਪਲ ਕਮੇਟੀ ਅਬੋਹਰ ਹੈ, ਨੇ ਇਹ ਸੇਵਾ ਆਪੇ ਹੀ ਸ਼ੁਰੂ ਕਰ ਦਿੱਤੀ। ਸੰਤ ਜੀ ਕੋਲ 4 ਘਰਾਂ ਤੋਂ ਪ੍ਰਸ਼ਾਦਾ ਇੱਕ ਇੱਕ ਘਰ ਮੰਗ ਕੇ ਲਿਆ ਕੇ ਛਕਾ ਦਿੰਦਾ। ਸੰਤ ਜੀ ਰਾਤ ਨੂੰ ਗੁਰਦੁਆਰੇ ਸਾਹਿਬ ਆਪ ਰਾਜਦੇ, ਸਵੇਰੇ ਸ਼ਾਮ ਦੀਵਾਨ ਲੱਗਣ ਲੱਗ ਗਏ। ਉੱਚੀ ਸੁਰ ਨਾਲ ਆਪ ਸ਼ਬਦ ਪੜ੍ਹਾਉਂਦੇ। ਨੇੜੇ ਨੇੜੇ ਦੇ ਨਗਰਾਂ ਵਿੱਚ ਸੰਗਤਾਂ ਵੀ ਆਉਣ ਲੱਗ ਗਈਆਂ। ਸਰਦਾਰ ਰੇਚਾ ਰਾਮ ਜੀ ਹਰ ਰੋਜ਼ ਉਸੇ ਥਾਂ ਆ ਕੇ ਸੰਤ ਜੀ ਯਾਦ ਕਰਦੇ ਰਹਿੰਦੇ। ਸੰਤ ਜੀ ਦੇ ਹਿਰਦੇ ਵਿੱਚ ਖਿੱਚ ਪਈ ਤਾਂ ਆਪ ਫਿਰ ਡੇਰਾ ਖਾਲਸਾ ਆ ਗਏ। ਸਰਦਾਰ ਜੀ ਬਹੁਤ ਖੁਸ਼ ਹੋਏ। ਚਰਨ ਪਰਸੇ ਸੇ ਸੰਤ ਜੀ ਨੂੰ ਪ੍ਰੇਮ ਨਾਲ ਉਹ ਆਪਣੇ ਘਰ ਲੈ ਆਏ। ਸੰਤ ਜੀ ਇੱਥੇ 20 ਦਿਨ ਰਹੇ। ਦੋਵੇਂ ਵਕਤ ਦੀਵਾਨ ਸਜਦਾ। ਬਹੁਤ ਸਾਰੀ ਸੰਗਤ ਨੇ ਅੰਮ੍ਰਿਤ ਛਕਿਆ ਤੇ ਰੇਚਾ ਰਾਮ ਵੀ ਰੇਚਾ ਰਾਮ ਸਿੰਘ ਬਣ ਗਿਆ। ਇੱਥੇ ਹੀ ਭਾਈ ਬਾਜ ਸਿੰਘ ਜੀ ਦੀ ਮਾਤਾ ਮਾਈ ਭਾਗਵੰਤੀ ਸੁਪਤਨੀ ਸ਼੍ਰੀ ਕਰਬਾਰਾ ਸਿੰਘ ਦੇ ਘਰ ਟਿਕੀ ਹੋਈ ਸੀ। ਉਸਨੇ ਸੰਤ ਜੀ ਦੇ ਦਰਸ਼ਨ ਕਰਨ ਦੀ ਇੱਛਾ ਪ੍ਰਗਟ ਕੀਤੀ ਕਿ ਕਿਵੇਂ ਦਰਸ਼ਨ ਕਰਾਂ। ਮਾਈ ਨੇ ਸਮਝਾਇਆ ਕਿ ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਕਰਕੇ ਪ੍ਰੇਮ ਨਾਲ ਪ੍ਰਸ਼ਾਦਾ ਪਕਾ ਕੇ ਚੂਰੀ ਕੁੱਟ ਕੇ ਤਿਆਰ ਕਰ ਲਈ, ਮੈਂ ਨਾਲ ਲੈ ਚੱਲਾਂਗੀ। ਜਦੋਂ ਇਹ ਦੋਵੇਂ ਆਈਆਂ ਤਾਂ ਮਾਈ ਭਾਗਵੰਤੀ ਇਕੱਲੀ ਅੰਦਰ ਆਈ। ਨਮਸਕਾਰ ਕੀਤਾ। ਸੰਤ ਜੀ ਨੇ ਪੁੱਛਿਆ, ਨਾਲ ਦੀ ਨੂੰ ਕਿਉਂ ਬਾਹਰ ਛੱਡ ਆਈ ਹੈ? ਲਿਆ, ਸਾਨੂੰ ਭੁੱਖ ਲੱਗੀ ਹੋਈ ਹੈ। ਮਾਈ ਨੇ ਅੰਦਰ ਆ ਕੇ ਦਰਸ਼ਨ ਕੀਤੇ। ਚੂਰੀ ਅੱਗੇ ਰੱਖੀ, ਜੋ ਸੰਤ ਜੀ ਨੇ ਥੋੜ੍ਹੀ ਥੋੜ੍ਹੀ ਪ੍ਰਸ਼ਾਦ ਵਾਂਗ ਸਭ ਨੂੰ ਵੰਡ ਕੇ ਕੁਝ ਆਪ ਖਾਧੀ। ਇੱਕ ਦਿਨ ਰਾਤ ਵੇਲੇ ਸੰਤ ਜੀ ਦੀ ਰੋਟੀ ਜਵਾਹਰ ਸਿੰਘ ਜੀ ਦੇ ਘਰ ਸੀ। ਉਹਨਾਂ ਦੇ ਘਰ ਇੱਕ ਪਿਸ਼ਾਵਰ ਤੋਂ ਆਏ ਹੋਏ ਸੰਤ ਠਹਿਰੇ ਹੋਏ ਸਨ। ਪੰਗਤ ਲੱਗ ਗਈ, ਪਰ ਉਹ ਸੰਤ ਬੈਠੇ ਰਹੇ। ਇਹਨਾਂ ਨੂੰ ਲੋਕੀ ਤਪੀ ਜੀ ਕਹਿ ਕੇ ਸੱਦਦੇ ਸਨ। ਸੰਤ ਜੀ ਨੇ ਫਰਮਾਇਆ, ਭਾਈ ਇਹਨਾਂ ਦੀ ਖੁਰਾਕ ਲਿਆ ਦਿਓ ਤਾਂ ਕਿ ਇਹ ਵੀ ਪ੍ਰਸ਼ਾਦ ਛਕਣ। ਘਰ ਵਾਲੇ 5 ਰਤਨੀ ਸ਼ਰਾਬ ਲੈ ਆਏ। ਤਪੀ ਨੇ ਥੋੜ੍ਹੀ ਗਲਾਸ ਵਿੱਚ ਪਾ ਕੇ ਪੀ ਲਈ ਤੇ ਪ੍ਰਸ਼ਾਦ ਛਕਣ ਲੱਗ ਗਏ। ਤਪੀ ਨੇ ਕਿਹਾ, ਇਹ ਸੰਤ ਮਹਾਰਾਜ ਅਵਤਾਰੀ ਜੀਵ ਹਨ, ਬੜੀ ਛੇਤੀ ਪ੍ਰਗਟ ਹੋਣਗੇ ਤੇ ਸਾਰੀ ਸ੍ਰਿਸ਼ਟੀ ਦਾ ਉਦਾਰ ਕਰਨਗੇ। ਦੂਜੇ ਦਿਨ ਪ੍ਰਸ਼ਾਦ ਮਾਈ ਭਾਗਵੰਤੀ ਦੇ ਘਰ ਆਪ ਨੇ ਮੰਨ ਲਿਆ, ਪਰ ਸਵੇਰੇ ਖਬਰ ਭੇਜ ਦਿੱਤੀ ਕਿ ਪ੍ਰਸ਼ਾਦ ਫਿਰ ਕਦੀ ਆ ਛਕਾਂਗੇ। ਆਪ ਇੱਥੋਂ ਮਲਕਪੁਰ ਚਲੇ ਗਏ ਤੇ ਕੁਝ ਦਿਨ ਕੀਰਤਨ ਪ੍ਰਚਾਰ ਹੁੰਦਾ ਰਿਹਾ। ਮਲਕਪੁਰ ਮਾਨਕਿਆਲੇ ਦੇ ਪਾਸ ਹੀ ਹੈ। 2 ਦਿਨ ਦੋਵੇਂ ਵਕਤ ਦੀਵਾਨ ਲੱਗਾ। ਸੰਗਤ ਪ੍ਰੇਮ ਕਰੇ, ਪਰ ਉਧਰੋਂ ਮਾਈ ਭਾਗਵੰਤੀ ਵੀ ਹਾੜੇ ਕੱਢੇ ਤੇ ਬੇਨਤੀਆਂ ਕਰੀ ਜਾਏ, ਮਹਾਰਾਜ ਆਓ ਤੇ ਚਰਨ ਪਾ ਕੇ ਮੇਰਾ ਚੌਂਕਾ ਪਵਿੱਤਰ ਕਰੋ। ਸੰਤ ਜੀ ਨੇ ਜਾਣ ਲਈ ਬੇਨਤੀ ਕੀਤੀ, ਪਰ ਸੰਗਤ ਨੇ ਨਾ ਕਰ ਦਿੱਤੀ ਤੇ ਰਾਤ ਨੂੰ ਪਹਿਰਾ ਲਾ ਦਿੱਤਾ। ਸਭ ਸੰਗਤ ਤੇ ਕਰਤਾਰ ਦੇ ਹੁਕਮ ਵਿੱਚ ਪਹਿਰੇਦਾਰ ਵੀ ਸੌਂ ਗਏ। ਸੰਤ ਜੀ ਅਛੋਪ ਹੋ ਗਏ। ਭਾਈ ਬਾਜ ਸਿੰਘ ਨੂੰ ਟੋਹ ਕੇ ਜਗਾ ਕੇ ਨਾਲ ਲਿਆ ਤੇ ਚਾਂਦਨੀ ਰਾਤ ਵਿੱਚ ਟੁਰਦੇ ਚਲੇ ਗਏ। ਰਾਹ ਵਿੱਚ ਕਸਾਂ ਉਚਾਈ ਨਿਚਾਈ ਵੀ ਲੰਘਣੀ ਪਈ। ਇੱਕ ਕਸ ਵਿੱਚ ਬਹੁਤ ਭਾਰੀ ਨਾਗ ਨਜ਼ਰੀ ਪਿਆ, ਜੋ ਰਸਤਾ ਰੋਕੀ ਖੜਾ ਸੀ। ਭਾਈ ਬਾਜ ਸਿੰਘ ਬਹੁਤ ਡਰ ਗਿਆ, ਪਰ ਸੰਤ ਜੀ ਨੇ ਉਸ ਨੂੰ ਜੱਫੀ ਵਿੱਚ ਲੈ ਲਿਆ। ਸਰਪ ਨੇ ਨੇੜੇ ਆ ਕੇ ਸੰਤ ਜੀ ਦੀ ਪਰਿਕਰਮਾ ਕੀਤੀ ਤੇ ਚਲਾ ਗਿਆ। ਬਾਰਿਸ਼ ਸ਼ੁਰੂ ਹੋ ਗਈ। ਸੰਤ ਜੀ ਨੇ ਰਾਤ ਮਾਨਕਿਆਲੇ ਵਿੱਚ ਹੀ ਕੱਟੀ। ਅੰਮ੍ਰਿਤ ਵੇਲੇ ਇੱਕ ਆਦਮੀ ਨੂੰ ਭਾਈ ਭਾਗਵੰਤੀ ਵੱਲ ਪ੍ਰਸ਼ਾਦ ਤਿਆਰ ਕਰਨ ਲਈ ਭੇਜ ਦਿੱਤਾ। ਇੱਥੇ ਆਸਾ ਜੀ ਦੀ ਵਾਰ ਲਾਈ ਤੇ ਭੋਗ ਪਾ ਕੇ 10 ਵਜੇ ਡੇਰਾ ਖਾਲਸਾ ਜਾ ਪੁੱਜੇ ਤੇ ਪ੍ਰਸ਼ਾਦ ਛਕਿਆ। ਸੰਤ ਜੀ ਨੇ ਆਪਣੇ ਖਾਸ ਸਾਥੀਆਂ ਨਾਲ ਸਲਾਹ ਕੀਤੀ ਕਿ 10 ਨੌਹਾਂ ਦੀ ਕਿਰਤ ਦੀ ਕਮਾਈ ਨਾਲ ਪ੍ਰਸ਼ਾਦਾ ਛਕਿਆ ਕਰੀਏ, ਮਨ ਚੰਗਾ ਟਿਕਦਾ ਹੈ। ਇਹ ਸਲਾਹ ਕਰਕੇ ਆਪ ਸਵੇਰੇ ਹੀ ਨਿਕਲ ਟੁਰੇ ਤੇ ਕੜਨਾਲੀ ਚੌਂਤਰੇ ਤੋਂ ਹੁੰਦੇ ਹੋਏ ਧਮਿਆਲਾ ਪੁੱਜੇ। ਪਿੰਡ ਤੋਂ ਬਾਹਰ ਇੱਕ ਗੁਫਾ ਵਿੱਚ ਡੇਰਾ ਕੀਤਾ। ਸਵੇਰੇ ਭਾਈ ਬਾਜ ਸਿੰਘ ਇੱਕ ਸਾਥੀ ਨੂੰ ਨਾਲ ਲੈ ਕੇ ਮਜ਼ਦੂਰਾਂ ਵਾਲਾ ਭੇਸ ਬਣਾ ਕੇ ਸਰਦਾਰ ਦੇ ਬਣ ਰਹੇ ਮਕਾਨ ਪਰ ਮਜ਼ਦੂਰੀ ਕਰਨ ਲੱਗ ਪਏ। ਉਸਨੇ ਦੁਪਹਿਰ ਨੂੰ ਅੱਧੀ ਛੁੱਟੀ ਵੇਲੇ ਉਹਨਾਂ ਨੂੰ ਪੂਰੀ ਦਿਹਾੜੀ ਦੇ ਪੈਸੇ ਦੇ ਕੇ ਵਿਦਾ ਕਰਨਾ ਚਾਹਿਆ ਤੇ ਕਿਹਾ, ਤੁਸਾਂ ਨੇ ਬਹੁਤ ਮਿਹਨਤ ਕੀਤੀ ਹੈ, ਇਤਨਾ ਕੰਮ ਤਾਂ ਹੋਰ ਮਜ਼ਦੂਰ ਸਾਰੀ ਦਿਹਾੜੀ ਵਿੱਚ ਨਹੀਂ ਕਰਦੇ, ਜਾਓ, ਅਸੀਂ ਤਾਂ ਮਜ਼ਦੂਰ ਜਾਪਦੇ ਹੀ ਨਹੀਂ ਹੋ। ਸੰਤ ਜੀ ਬੋਲੇ, ਪੂਰੀ ਮਜ਼ਦੂਰੀ ਕਰਕੇ ਪੈਸੇ ਹੱਕ ਲਾਲ ਦੇ ਲਵਾਂਗੇ। ਉਸ ਨੂੰ ਹੋਰ ਸ਼ੱਕ ਪੱਕਾ ਹੋ ਗਿਆ। ਸ਼ਾਮ ਨੂੰ 8 ਆਨੇ ਦੀ ਉਹ ਰਸਤ ਲੈ ਗਏ। ਪ੍ਰਸ਼ਾਦ ਤਿਆਰ ਹੋਇਆ। ਸੰਤ ਜੀ ਛੱਕ ਕੇ ਸਾਰੀ ਰਾਤ ਬੈਠੇ ਭਜਨ ਕਰਦੇ। ਸਵੇਰੇ ਆਪ ਵੀ ਮਜ਼ਦੂਰੀ ਕਰਨ ਸਾਥੀਆਂ ਨਾਲ ਆ ਲੱਗੇ। ਸਰਦਾਰ ਹੈਰਾਨ ਹੋਇਆ। ਸੰਤ ਜੀ ਦਾ ਸੁਡੋਲ ਸਰੀਰ, ਗੋਰਾ ਰੰਗ, ਚਮਕਦਾ ਮੱਥਾ, ਰਸ ਭਰੇ ਨੈਣ, ਇਹ ਸਭ ਵੇਖ ਕੇ ਚਰਨੀ ਪੈ ਗਿਆ। ਮਹਾਰਾਜ ਬਖਸ਼ੋ, ਇਹ ਪਾਪ ਨਾ ਚਾੜੋ, ਆਪ ਅਵਤਾਰੀ ਜੀਵ ਹੋ, ਬੈਠ ਕੇ ਭਜਨ ਕਰੋ ਤੇ ਸਾਨੂੰ ਗ੍ਰਸਤੀਆਂ ਨੂੰ ਸੇਵਾ ਕਰਨ ਦਾ ਸਮਾਂ ਬਖਸ਼ੋ। ਸੰਤ ਜੀ ਦਾ ਬਚਨ ਵੀ ਸੰਗਤਾਂ ਮੰਨ ਲਿਆ ਕਿ ਉਹਨਾਂ ਨੂੰ ਚੰਗੀ ਕਮਾਈ ਕਰਨ ਵਾਲੇ ਘਰੋਂ ਹੀ ਪ੍ਰਸ਼ਾਦਾ ਆਵੇ, ਅਸੀਂ ਟਿਕ ਜਾਂਦੇ ਹਾਂ। ਸੰਤ ਜੀ ਇੱਥੇ 2 ਮਹੀਨੇ ਰਹੇ। ਨੇੜੇ ਤੋਂ ਸੰਗਤਾਂ ਆਉਣ ਲੱਗ ਗਈਆਂ। ਦੋਵੇਂ ਸਮੇਂ ਦੀਵਾਨ ਸਜਦਾ, ਕੀਰਤਨ ਹੁੰਦਾ। ਬੇਅੰਤ ਮਾਈ ਭਾਈ ਨੇ ਅੰਮ੍ਰਿਤ ਛਕਿਆ। ਇੱਥੋਂ ਸੰਤ ਜੀ ਰਾਵਲਪਿੰਡੀ ਚਲੇ ਆਏ ਤੇ ਮਸਾਨ ਘਾਟ ਆਸਨ ਲਾਇਆ। ਸੰਗਤ ਬਹੁਤ ਆਉਣ ਲੱਗ ਪਈ। ਇਸ ਦੇ ਨੇੜੇ ਤਪੋਵਨ ਹੈ, ਜਿੱਥੇ ਅਨੇਕਾਂ ਸਾਧੂ ਸੰਤ ਠਹਿਰੇ ਰਹਿੰਦੇ ਹਨ। ਬਹੁਤ ਸਾਰੇ ਸੰਤਾਂ ਨੇ ਆਪ ਜੀ ਦੇ ਦਰਸ਼ਨ ਕੀਤੇ, ਵਿਚਾਰ ਕੀਤੀ। ਆਪ ਜੀ ਨੇ ਸਭ ਨੂੰ ਨਾਮ ਜਪਣ ਲਈ ਜ਼ੋਰ ਦਿੱਤਾ। ਇੱਥੋਂ 6 ਮੀਲ ਦੂਰ ਰਾਮਕੁੰਡ ਹੈ। ਸੰਤ ਜੀ ਉੱਥੇ ਚਲੇ ਆਏ। 2 ਦਿਨ ਦਿਹਾੜੇ ਪਹਾੜੀ ਦੇ ਹੇਠ ਰਹੇ। ਇੱਕ ਰਾਤ ਉੱਪਰ ਜਾ ਕੱਟੀ। ਰਾਤੀ ਦੇ ਵਾਰੀ ਸ਼ੇਰ ਆਇਆ। ਸਾਥੀ ਡਰਦੇ ਰਹੇ। ਫਿਰ ਅਗਲੇ ਦਿਨ ਹੇਠਾਂ ਉਤਰ ਆਏ।
ਇੱਥੋਂ ਇੱਕ ਰਾਤ ਭਾਈ ਬੂਟਾ ਸਿੰਘ ਜੀ ਦੀ ਬਿਰਤੀ ਨਾਮ ਜਪਣ ਵਿੱਚ ਐਸੀ ਟਿਕੀ ਕਿ ਸਰੀਰ ਅਤੇ ਸੰਸਾਰ ਭਾਵ ਹੋ ਗਿਆ ਔਰ ਆਤਮ ਰਸ ਦੀ ਲਹਿਰ ਚੱਲ ਪਈ। ਸੰਤ ਜੀ ਉਹ ਸਭ ਦੇ ਹਿਰਦੇ ਦੀ ਜਾਣਦੇ ਸਨ। ਭਾਈ ਬੂਟਾ ਸਿੰਘ ਜੀ ਘਰ ਬਹੁਤ ਪ੍ਰਸੰਨ ਹੋਏ ਤੇ ਅਸੀਸ ਦਿੱਤੀ ਕਿ ਇਸੇ ਇੱਕ ਪਲ ਛਿਨ ਨੂੰ ਇੱਕ ਰਸ ਪੱਕਾ ਕਰਨਾ ਹੈ। ਇਹ ਇੱਕ ਚਿੱਤ ਜੈ ਇੱਕ ਛਿਨ ਧਿਆਓ, ਕਾਲ ਫਾਸ ਕੈ ਬੀਚ ਨਾ ਆਇਓ। ਇੱਥੇ ਤਾਂ ਬਹੁਤ ਯੋਗ ਹੋਏ, ਅੰਮ੍ਰਿਤ ਪ੍ਰਚਾਰ ਹੋਇਆ। ਸੰਤ ਜੀ ਮਹਾਰਾਜ ਦੀ ਖੁਸ਼ਬੂ ਸਾਰੇ ਇਲਾਕੇ ਵਿੱਚ ਫੈਲ ਗਈ। ਮੁਸਲਮਾਨ ਵੀ ਦਰਸ਼ਨ ਕਰਨ ਆਉਂਦੇ ਤੇ ਸੱਚਾ ਪੀਰ ਹੈ ਕਹਿੰਦੇ ਜਾਂਦੇ। ਫਿਰ ਆਪ ਰਾਵਲਪਿੰਡੀ ਲਈ ਦੇ ਕਿਨਾਰੇ ਆ ਬੈਠੇ। ਦੋਨੇ ਵਕਤ ਦੀਵਾਨ ਸਜਦਾ ਕੀਰਤਨ ਹੁੰਦਾ। ਬਾਬੂ ਟੇਕ ਚੰਦ ਤੇ ਮਿਸਤਰੀ ਕਿਸ਼ਨ ਸਿੰਘ ਨੇ ਆਗਿਆ ਲੈ ਕੇ ਇੱਥੇ ਗੁਫਾ ਤਿਆਰ ਕਰਾ ਦਿੱਤੀ। ਸੰਤ ਜੀ ਇੱਥੇ 6 ਮਹੀਨੇ ਰਹੇ। ਸਾਰੇ ਸ਼ਹਿਰ ਨੇ ਆਪ ਦੇ ਦਰਸ਼ਨ ਕੀਤੇ ਤੇ ਕੀਰਤਨ ਸੁਣਿਆ ਹੋਵੇਗਾ। ਇੱਕ ਦਿਨ 3 ਸੱਪ ਕੀਰਤਨ ਦੀ ਆਵਾਜ਼ ਨਾਲ ਆ ਕੇ ਨੱਚਦੇ ਰਹੇ। ਸੰਗਤ ਹੈਰਾਨ ਹੋਈ, ਕੁਛ ਡਰ ਵੀ ਗਏ, ਪਰ ਸੰਤ ਜੀ ਨੇ ਉੱਚੀ ਆਵਾਜ਼ ਵਿੱਚ ਡਰੋ ਨਹੀਂ। ਕੀਰਤਨ ਬੰਦ ਹੋਣ ਪਰ ਨਾਗ ਆਪੇ ਚਲੇ ਗਏ। ਇਹਨਾਂ ਵਿੱਚੋਂ ਇੱਕ ਵੱਡਾ ਭਾਰੀ ਨਾਗ 3 ਦਿਨ ਸਰਾਵਾਂ ਦੋਨੋਂ ਵਕਤ ਆਉਂਦਾ ਰਿਹਾ। ਰਾਵਲਪਿੰਡੀ ਤੋਂ ਸੰਤ ਜੀ ਖਾਨਪੁਰ ਦੇ ਰਸਤੇ ਹਰੀਪੁਰ ਆ ਗਏ ਤੇ ਬਾਹਰ ਬਾਗ ਵਿੱਚ ਡੇਰਾ ਲਾਇਆ। ਠਾਕੁਰ ਨਿਹਾਲ ਸਿੰਘ ਜੀ ਆ ਗਏ ਜੋ ਇਸ ਇਲਾਕੇ ਵਿੱਚ ਚੰਗੇ ਮੰਨੇ ਹੋਏ ਸੰਤ ਸਨ। ਦੋਵੇਂ ਸੰਤ ਪਰਸਪਰ ਪਿਆਰ ਨਾਲ ਮਿਲੇ, ਇੱਕ ਦੂਜੇ ਨੂੰ ਪ੍ਰਣਾਮ ਕੀਤਾ। ਸੰਤ ਜੀ ਇੱਥੇ ਜੱਥੇ ਸਮੇਤ 1 ਮਹੀਨਾ ਠਹਿਰੇ। ਠਾਕੁਰ ਜੀ ਵੀ ਰੋਜ਼ਾਨਾ ਦੀਵਾਨ ਵਿੱਚ ਹਾਜ਼ਰੀ ਭਰਦੇ। ਇੱਕ ਦਿਨ ਆਪ ਇੱਕ ਹੋਰ ਬਾਗ ਵਿੱਚ ਚਲੇ ਗਏ। ਇੱਥੇ ਬਹੁਤ ਸਾਰੇ ਮੁਸਲਮਾਨ ਫਕੀਰ ਰਹਿੰਦੇ ਸਨ। ਉਹਨਾਂ ਨੇ ਪੱਕੇ ਹੁੱਕੇ ਪਰਾਂ ਕਰ ਦਿੱਤੇ ਤੇ ਸੰਤ ਜੀ ਨੂੰ ਬੜੇ ਸਤਿਕਾਰ ਨਾਲ ਬਿਠਾਇਆ। ਸਭ ਰੱਬੀ ਜੋਤ ਦੇ ਦੀਦਾਰ ਕਰ ਕਰਕੇ ਖੁਸ਼ ਹੋਏ ਤੇ ਕਹਿਣੇ ਅੱਲਾ ਦਾ ਨੂਰ ਹੈ, ਕਾਮਲ ਫਕੀਰ ਹੈ। ਸੰਤ ਜੀ ਨੇ ਉਹਨਾਂ ਦੀ ਬੇਨਤੀ ਮੰਨ ਕੇ ਜੱਥੇ ਨੂੰ ਸਾਜ਼ ਖੋਲ੍ਹਣ ਲਈ ਹੁਕਮ ਕੀਤਾ ਤੇ ਸ਼ਬਦ ਉੱਚੀ ਸੁਰ ਤੇ ਪੱਕੇ ਰਾਗ ਵਿੱਚ ਗਾਇਆ। ਸ਼ਬਦ ਵਜਦ ਵਿੱਚ ਆ ਗਏ ਤੇ ਕਹਿਣ ਲੱਗ ਪਏ, ਸੁਭਾਨ ਅੱਲਾ, ਜਜ਼ਾਕ ਅੱਲਾ, ਤੇਰੀ ਕੁਦਰਤ। ਤੇ ਸੰਤ ਜੀ ਨੂੰ ਸਿੱਧੇ ਕਰਨ ਲੱਗ ਪਏ। ਯਕ ਅਰਜ਼ ਗੁਫਤਮ ਪੇਸੀ ਤੇ ਦਰ ਗੋਸਦ ਕੁਨ ਕਰਤਾਰ, ਹਕਾ ਕਬੀਰ ਕਰੀਮ ਤੂੰ ਬੇਆ ਪਰਵਰਦਿਗਾਰ, ਦੁਨੀਆ ਮੁਕਾਮੇ ਛਾਨੀ ਤਹਿਕੀਕ ਦਿਲਦਾਨੀ, ਮਮਸਰ ਮੋਏ ਅਜਰਾਇਲ ਗਿਰਫਤੈ ਦਿਲ ਹੋਚੈ ਨਾਦਾਨੀ। ਇੱਕ ਦਿਨ ਗ੍ਰੰਥੀ ਬਚਨ ਸਿੰਘ ਨੇ ਸੰਤ ਜੀ ਨਾਲ ਹਰੀਪੁਰ ਗਿਆ ਸੀ। ਬਾਜ਼ਾਰ ਵਿੱਚ ਆਪਦੇ ਪਿੱਛੇ ਦੀਵਾਨ ਵੱਲ ਟੁਰਦਾ ਜਾ ਰਿਹਾ ਸੀ ਕਿ ਇਸ ਨੂੰ ਭਾਈ ਹਰੀ ਸਿੰਘ ਜੋ ਥੋਹਾ ਖਾਲਸਾ ਦਾ ਰਹਿਣ ਵਾਲਾ ਸੀ ਰੋਕ ਨਹੀਂ ਲਿਆ। ਬਾਹੋਂ ਫੜ ਕੇ ਆਪਣੀ ਸ਼ਰਾਬ ਦੀ ਦੁਕਾਨ ਵਿੱਚ ਲੈ ਗਏ ਤੇ ਆਪਣੇ ਘਰਦਿਆਂ ਦੀ ਸੁੱਖ ਸਾਂਦ ਪੁੱਛੀ। 2-4 ਮਿੰਟ ਬੈਠ ਕੇ ਬਚਨ ਸਿੰਘ ਦੁਕਾਨ ਵਿੱਚ ਆ ਗਿਆ। ਭੋਗ ਸਮੇਂ ਇੱਕ ਪ੍ਰੇਮੀ ਨੇ ਸ਼ਿਕਾਇਤ ਕੀਤੀ, ਸੰਤ ਮਹਾਰਾਜ ਜੀ ਆਪ ਦਾ ਇੱਕ ਸ਼ਰਾਬ ਸੇਵਕ ਦੀ ਦੁਕਾਨ ਵਿੱਚ ਬੜਿਆ ਹੋਇਆ ਸੀ। ਸਭ ਹੈਰਾਨ ਹੋ ਗਏ। ਭਾਈ ਹਰੀ ਸਿੰਘ ਜੋ ਦੁਕਾਨ ਬੰਦ ਕਰਕੇ ਦੀਵਾਨ ਵਿੱਚ ਆਇਆ ਹੋਇਆ ਬੈਠਾ ਸੀ, ਖੜਾ ਹੋ ਗਿਆ ਤੇ ਹੱਥ ਜੋੜ ਕੇ, ਮਹਾਰਾਜ ਗ੍ਰੰਥੀ ਬਚਨ ਸਿੰਘ ਮੇਰੇ ਪਿੰਡ ਦਾ ਹੈ। ਮੈਂ ਜੋਰੀ ਬਾਂਹ ਫੜ ਕੇ ਸੁੱਖ ਸਾਂਦ ਪੁੱਛਣ ਲਈ ਆਪਣੀ ਦੁਕਾਨ ਵਿੱਚ ਲੈ ਗਿਆ ਸੀ। ਮੇਰੀ ਦੁਕਾਨ ਸ਼ਰਾਬ ਵੇਚਣ ਦੀ ਹੈ, ਇਸਨੇ ਸ਼ਰਾਬ ਨਹੀਂ ਪੀਤੀ। ਸੰਤ ਮਹਾਰਾਜ ਹੱਸ ਪਏ ਤੇ ਫਰਮਾਇਆ, ਕੁਸੰਗਤ ਭਾਵੇਂ ਅਨਪੋਲ ਹੋਈ ਹੈ ਤੇ ਹੋਈ ਵੀ ਥੋੜੇ ਚਿਰ ਲਈ ਹੈ, ਪਰ ਇਸ ਦੀ ਬਦਨਾਮੀ ਕਿਤਨੀ ਭਾਰੀ ਹੋਈ ਹੈ। ਸੋ ਸਾਧ ਸੰਗਤ ਜੀ ਹਰ ਕਿਸਮ ਦੀ ਕੁਸੰਗਤ ਤੋਂ ਬਚਿਆ ਕਰੋ। ਇੱਥੋਂ ਆਪ ਜੀ ਪੰਜਾ ਸਾਹਿਬ ਦੇ ਰਸਤੇ ਸਿੱਧੇ ਕਨੋਹੇ ਆ ਗਏ। ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਜੀਵਨ ਦੀਆਂ ਸਾਖੀਆਂ ਸੁਣਿਆ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਸੁਣਾਇਆ ਕਰੋ।